Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਵੀਕਲੀ ਅਪਡੇਟਸ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ ਜੋ ਕਿ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਕੰਸਰਨਿੰਗ ਹੁੰਦੀ ਹੈ। ਇਹਦੇ 'ਚ ਪਹਿਲਾਂ ਤਾਂ ਆਪਾਂ ਜਿਹੜੀਆਂ ਇਸ ਵੀਕ ਦੇ ਵਿੱਚ ਕੁਝ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆਈਆਂ ਨੇ ਜਾਂ ਨਵੇਂ ਕੋਈ ਰੂਲਸ ਆਏ ਆ ਉਹਨਾਂ ਬਾਰੇ ਗੱਲ ਕਰਾਂਗੇ। ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ ਤੇ ਇਸੇ ਤਰ੍ਹਾਂ ਕਰਦੇ ਰਹੋ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਰੈਲੇਵੈਂਟ ਤੇ ਜਿਹੜੀ ਕਰੰਟ ਇਨਫੋਰਮੇਸ਼ਨ ਹੈਗੀ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਉਹਨੂੰ ਮੈਂ ਸੌਖੇ ਸ਼ਬਦਾਂ ਦੇ ਵਿੱਚ ਐਕਸਪਲੇਨ ਕਰ ਸਕਾਂ ਤਾਂ ਕਿ ਤੁਹਾਨੂੰ ਸਮਝ ਆ ਸਕੇ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਚੇਂਜਸ ਕਰਨੀਆਂ ਸ਼ੁਰੂ ਕੀਤੀਆਂ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਅੱਗੇ ਜਿਹੜੀ ਹੈਗੀ ਲੜੀ ਅੱਗੇ ਤੋਰਦੇ ਹੋਏ ਇੱਕ ਬਹੁਤ ਇੰਪੋਰਟੈਂਟ ਚੇਂਜ ਹੋਈ ਆ ਜਿਹਦੇ ਵਿੱਚ ਕਿ ਅਟਾਰਨੀ ਜਨਰਲ ਗਾਰਲੈਂਡ ਨੇ ਇੱਕ ਡਿਸੀਜਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਮੀਗ੍ਰੈਂਟਸ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਦੇ ਕੇਸ ਕਰਦੇ ਨੇ ਉਹ ਹੁਣ ਡੋਮੈਸਟਿਕ ਵਾਇਲੈਂਸ ਤੇ ਗੈਂਗ ਵਾਇਲੈਂਸ ਦੀ ਬੇਸ ਤੇ ਵੀ ਕਰ ਸਕਦੇ ਨੇ। ਇਹ ਜਿਹੜਾ ਗਰਾਊਂਡ ਸੀਗਾ ਇਹ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਖ਼ਤਮ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਵੀ ਜਿਹੜੀ ਗੈਂਗ ਵਾਇਲੈਂਸ ਹੈ ਜਿਵੇਂ ਕੋਈ ਬੰਦਾ ਗੈਂਗ ਜਿਹੜੇ ਹੁੰਦੇ ਨੇ ਉਹਨਾਂ ਦੀ ਵਾਇਲੈਂਸ ਦਾ ਸ਼ਿਕਾਰ ਹੈ ਕਿਉਂਕਿ ਕਈ ਮੁਲਕਾਂ ਦੇ ਵਿੱਚ ਜਿਹੜੇ ਗੈਂਗ ਹੁੰਦੇ ਨੇ ਉਹ ਜਿਹੜੀ ਪੁਲਿਸ ਹੈ ਜਾਂ ਉੱਥੋਂ ਦੀ ਜਿਹੜੀ ਮਿਲਟਰੀ ਹੈ ਜਾਂ ਗੌਰਮੈਂਟ ਆ ਉਹਦੇ ਸਪੋਰਟਡ ਹੁੰਦੇ ਨੇ ਤੇ ਉਹ ਐਲੀਜੀਬਲ ਨਹੀਂ ਹੈਗਾ ਤੇ ਸਿਰਫ ਉਹੀ ਇੱਥੇ ਆਏ ਕੇਸ ਕਰ ਸਕਦਾ ਜਿਹੜਾ ਇਹ ਸ਼ੋਅ ਕਰੇ ਕਿ ਜੋ ਉਹਨੂੰ ਨੁਕਸਾਨ ਹੋਇਆ ਜਾਂ ਪ੍ਰੋਸੀਕਿਊਸ਼ਨ ਹੋਈ ਹੈ ਜਾਂ ਜ਼ੁਲਮ ਹੋਇਆ ਉਹਦੇ ਖਿਲਾਫ ਉਹ ਪੁਲਿਸ ਨੇ ਜਾਂ ਆਰਮੀ ਨੇ ਕੀਤਾ। ਪਰ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਰੂਲ ਚੇਂਜ ਕਰ ਦਿੱਤਾ ਜੋ ਕਿ ਪਹਿਲਾਂ ਹੁੰਦਾ ਸੀ ਉਹਨੂੰ ਰਿਸਟੋਰ ਕਰਤਾ ਤੇ ਉਹਨਾਂ ਨੇ ਕਿਹਾ ਵੀ ਜੇ ਕੋਈ ਬੰਦਾ ਗੈਂਗ ਵਾਇਲੈਂਸ ਦਾ ਸ਼ਿਕਾਰ ਹੈ ਕਿ ਜਿਹੜੇ ਗੈਂਗਸ ਨੇ ਉਹਨਾਂ ਨੇ ਉਹਦੇ ਖਿਲਾਫ ਵਾਇਲੈਂਸ ਕੀਤੀ ਆ ਉਹਨੂੰ ਜਿਹੜਾ ਪਰਸੀਕਿਊਟ ਕੀਤਾ ਆ ਜਾਂ ਉਹ ਜਿਹੜਾ ਹੈਗਾ ਉਹ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ। ਡੋਮੈਸਟਿਕ ਵਾਇਲੈਂਸ ਹੁੰਦੀ ਆ ਵੀ ਜਿਵੇਂ ਕੋਈ ਲੇਡੀ ਹੈਗੀ ਮੈਰਿਜ ਦੇ ਵਿੱਚ ਉਹਦਾ ਹਸਬੈਂਡ ਉਹਦੀ ਕੁੱਟਮਾਰ ਕਰਦਾ ਜਾਂ ਉਹਨੂੰ ਉਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜ਼ੁਲਮ ਸਹਿਣਾ ਪੈਂਦਾ ਤਾਂ ਉਹ ਵੀ ਇੱਥੇ ਪੋਲੀਟੀਕਲ ਅਸਾਈਲਮ ਦਾ ਗਰਾਊਂਡ ਹੋਏਗਾ। ਸੋ ਇਹਦੇ ਨਾਲ ਜਿਹੜੇ ਅਸਾਈਲਮ ਕਰਨ ਵਾਲੇ ਲੋਕ ਨੇ ਉਹ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਉਹ ਰਿਲੀਫ ਮਿਲੇਗੀ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਨ ਵਨ ਆਫ ਦ ਰਿਵਰਸਲਸ ਗਾਰਲੈਂਡ ਰਿਸਟੋਰਡ 2014 ਕੇਸ that defined married women in Guatemala who are unable to leave their relationship as a group of deserving of asylum, a decision that eased the way for other victims of domestic violence. In 2018, the then Attorney General Jeff Sessions overturned that guidance and added that victims of gang violence also should be largely ineligible, extending the scope to large swaths of non-government actors. ਜਿਹੜੇ ਟਰੰਪ ਵੇਲੇ ਅਟਾਰਨੀ ਜਨਰਲ ਸੀਗੇ ਜੈਫ ਸੈਸ਼ਨਸ ਉਹਨਾਂ ਨੇ ਇਹ ਜਿਹੜਾ ਹੈਗਾ ਆਰਡਰ ਪਾਸ ਕੀਤਾ ਸੀ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਜਿਹੜੀਆਂ ਸ਼ਿਕਾਰ ਔਰਤਾਂ ਨੇ ਉਹ ਅਸਾਈਲਮ ਇੱਥੇ ਨਹੀਂ ਲੈ ਸਕਦੀਆਂ। ਪਰ ਹੁਣ ਜਿਹੜੇ ਬਾਈਡਨ ਦੇ ਅਟਾਰਨੀ ਜਨਰਲ ਨੇ ਗਾਰਲੈਂਡ ਉਹਨਾਂ ਨੇ ਇਹ ਚੇਂਜ ਕਰ ਦਿੱਤਾ, ਰਿਵਰਸ ਕਰ ਦਿੱਤਾ ਇਹਨੂੰ ਤੇ ਹੁਣ ਜਿਹੜੀਆਂ ਲੇਡੀਜ਼ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਨੇ ਉਹ ਵੀ ਅਸਾਈਲਮ ਦਾ ਜਿਹੜਾ ਕੇਸ ਆ ਉਹ ਅਪਲਾਈ ਇੱਥੇ ਮਤਲਬ ਕਰ ਸਕਦੀਆਂ ਨੇ। ਦੂਜਾ in another case involving a Mexican man who claimed his father was targeted by a drug cartel, Garland reversed a decision by the former Attorney General William Barr that such family ties were insufficient ground for asylum. ਇੱਕ ਕਿਸੇ ਮੈਕਸੀਕਨ ਵਿਅਕਤੀ ਨੇ ਕੇਸ ਕੀਤਾ ਸੀ ਕਿ ਉਹਦਾ ਜਿਹੜਾ ਫਾਦਰ ਸੀਗਾ ਉਹ ਟਾਰਗੇਟ ਕੀਤਾ ਗਿਆ ਸੀ ਡਰੱਗ ਕਾਰਟੇਲ ਜਿਹੜੇ ਗੈਂਗ ਹੁੰਦੇ ਨੇ ਡਰੱਗ ਦੇ ਉਹਨਾਂ ਦੁਆਰਾ ਤੇ ਜਿਹੜਾ ਪਹਿਲੇ ਅਟਾਰਨੀ ਜਨਰਲ ਸੀਗੇ ਟਰੰਪ ਵੇਲੇ ਵਿਲੀਅਮ ਬਾਰ ਉਹਨਾਂ ਨੇ ਕਿਹਾ ਸੀ ਵੀ ਇਹ ਅਸਾਈਲਮ ਦਾ ਗਰਾਊਂਡ ਨਹੀਂ ਹੋ ਸਕਦਾ ਪਰ ਉਹਨੂੰ ਵੀ ਰਿਵਰਸ ਕਰ ਦਿੱਤਾ ਗਿਆ ਤੇ ਹੁਣ ਅਟਾਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਜਿਹੜੇ ਗੈਂਗ ਵਾਇਲੈਂਸ ਦੇ ਸ਼ਿਕਾਰ ਹੁੰਦੇ ਨੇ ਉਹ ਵੀ ਅਸਾਈਲਮ ਜਿਹੜਾ ਹੈਗਾ ਉਹ ਅਮਰੀਕਾ 'ਚ ਲੈ ਸਕਦੇ ਨੇ। ਸੋ ਇਹ ਬੜੀਆਂ ਇੰਪੋਰਟੈਂਟ ਚੇਂਜਸ ਨੇ ਤੇ ਇਹ ਇੱਕ ਸਟੈਪ ਫਾਰਵਰਡ ਹੈ ਜੋ ਵੀ ਹੁਣ ਚੇਂਜਸ ਜਿਹੜੀ ਹੈਗੀ ਬਾਈਡਨ ਐਡਮਿਨਿਸਟ੍ਰੇਸ਼ਨ ਕਰ ਰਹੀ ਆ ਤੇ ਉਹਨਾਂ ਦੇ ਵਿੱਚ ਇੱਕ ਅਗਲਾ ਸਟੈਪ ਹੈ ਤੇ ਬਹੁਤ ਹੀ ਇਹ ਅਸਾਈਲਮ ਵਾਲਿਆਂ ਨੂੰ ਇਹਦਾ ਫਾਇਦਾ ਹੋਏਗਾ। ਦੂਜੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਯੂ ਵੀਜ਼ੇ ਵਾਲਿਆਂ ਲਈ। ਇੱਥੇ ਅਮਰੀਕਾ ਦੇ ਵਿੱਚ ਯੂ ਵੀਜ਼ਾ ਅਪਲਾਈ ਕੀਤਾ ਜਾਂਦਾ ਮੋਸਟਲੀ ਉਹ ਬੰਦੇ ਅਪਲਾਈ ਕਰਦੇ ਨੇ ਜਿਹੜੇ ਕਿ ਕਿਸੇ ਆਪਣਾ ਕ੍ਰਾਈਮ ਦੇ ਸ਼ਿਕਾਰ ਹੁੰਦੇ ਨੇ ਜਿਵੇਂ ਕੋਈ ਆਪਣੇ ਕੰਮ ਤੇ ਰੋਬਰੀ ਹੋ ਜਾਂਦੀ ਹੈ ਜਾਂ ਕਿਸੇ ਦੇ ਖਿਲਾਫ ਕੋਈ ਹੇਟ ਕ੍ਰਾਈਮ ਹੋ ਜਾਂਦਾ
ਤੇ ਉਹ ਫਿਰ ਯੂ ਵੀਜ਼ਾ ਅਪਲਾਈ ਕਰਦੇ ਨੇ। ਤੇ ਯੂ ਵੀਜ਼ਾ ਦਾ ਮਤਲਬ ਇਹ ਹੈਗਾ ਵੀ ਉਹ ਬੰਦੇ ਜਿਹੜੇ ਨੇ ਉਹ ਜਿਹਨੇ ਕ੍ਰਾਈਮ ਕੀਤਾ, ਜਿਹੜਾ ਕ੍ਰਿਮੀਨਲ ਆ, ਉਹਦੇ ਖਿਲਾਫ ਗਵਾਹੀ ਦੇ ਸਕਣ। ਕਿਉਂਕਿ ਨਹੀਂ, ਆਮ ਤੌਰ ਤੇ ਪਹਿਲਾਂ ਕੀ ਹੁੰਦਾ ਸੀ ਵੀ ਜਿਹੜੇ ਬੰਦੇ ਕੋਲੇ ਇੱਥੇ ਪੇਪਰ ਹੈ ਨਹੀਂ ਜਾਂ ਅਨਡਾਕੂਮੈਂਟਡ ਹੈ ਜਾਂ ਡੈਪੂਟੇਸ਼ਨ ਲੱਗੀ ਆ, ਉਹ ਡਰਦਾ ਮਾਰਾ ਗਵਾਹੀ ਨਹੀਂ ਸੀ ਦਿੰਦਾ ਵੀ ਕਿਤੇ ਮੈਂ ਹੀ ਨਾ ਡਿਪੋਰਟ ਹੋ ਜਾ। ਸੋ ਉਹਨੂੰ ਇਨਕਰੇਜ ਕਰਨ ਵਾਸਤੇ ਇਹ ਜਿਹੜੀ ਪ੍ਰੋਵੀਜ਼ਨ ਬਣਾਈ ਗਈ ਆ। ਤੇ ਜਿਹੜਾ ਯੂ ਵੀਜ਼ਾ ਅਪਲਾਈ ਕਰਦਾ, ਜੇ ਉਹਦੇ ਤੇ ਡੈਪੂਟੇਸ਼ਨ ਵੀ ਲੱਗੀ ਹੋਵੇ ਤੇ ਕੇਸ ਉਹਦਾ ਅਪਰੂਵ ਹੋ ਜਾਵੇ, ਉਹ ਡੈਪੂਟੇਸ਼ਨ ਜਿਹੜੀ ਹੈਗੀ ਟੁੱਟ ਜਾਂਦੀ ਆ। ਤੇ ਜੇ ਤੁਹਾਡੇ ਤੇ ਨਹੀਂ ਡੈਪੂਟੇਸ਼ਨ ਲੱਗੀ, ਉਹਦਾ ਅਨਡਾਕੂਮੈਂਟਡ ਹੋ, ਤਾਂ ਉਹਦੇ ਤੇ ਜਿਹੜਾ ਗ੍ਰੀਨ ਕਾਰਡ ਉਹ ਤੁਹਾਨੂੰ ਵੀ ਮਿਲ ਸਕਦਾ। ਤੇ ਇਹਦੇ 'ਚ ਇਹ ਆ ਜੀ ਕਿ ਥਰੂ ਦਿਸ ਨਿਊ ਪ੍ਰੋਸੈਸ ਦ USCIS ਵਿਲ ਇਸ਼ੂ ਇੰਪਲੋਇਮੈਂਟ ਆਥੋਰਾਈਜੇਸ਼ਨ ਐਂਡ ਗ੍ਰਾਂਟ ਡਿਫਰਡ ਐਕਸ਼ਨ ਟੂ ਪਟੀਸ਼ਨਰਸ ਇਨ ਯੂਨਾਈਟਿਡ ਸਟੇਟਸ ਵਿਦ ਪੈਂਡਿੰਗ ਯੂ ਵੀਜ਼ਾ ਪਟੀਸ਼ਨਸ that it determines are bona fide, made in good faith and without intention of deceit or fraud, and who merit a favorable exercise of discretion. To be considered bona fide, the petition must include a certification from law enforcement that petitioner was a victim of crime and that victim has been is being or is likely to be helpful in investigation or prosecution of that crime. USCIS ਕਹਿ ਰਹੀ ਆ ਕਿ ਜਿਹੜੇ ਵੀ ਜੈਨੂਇਨ ਯੂ ਵੀਜ਼ੇ ਦੇ ਕੇਸ ਹੋਣਗੇ, ਜਦੋਂ ਕਿ ਆਪਾਂ ਯੂ ਵੀਜ਼ਾ ਅਪਲਾਈ ਕਰਦੇ ਹਾਂ, ਉਹਦੇ ਨਾਲ ਜਿਹੜੀ ਲਾਅ ਐਨਫੋਰਸਮੈਂਟ ਆ, ਉਹਦਾ ਇੱਕ ਸਪਲੀਮੈਂਟਲ ਫਾਰਮ ਭਰਨਾ ਹੁੰਦਾ, ਉਹ ਵੀ ਨਾਲ ਹੋਵੇ। ਤੇ ਉਹ ਬੰਦੇ ਨੂੰ ਜਿਹੜਾ ਹੈਗਾ, ਉਹ ਜਿਹੜਾ ਕ੍ਰਾਈਮ ਹੋਇਆ ਉਹਦੇ ਵਿੱਚ ਉਹ ਲਾਅ ਐਨਫੋਰਸਮੈਂਟ ਦੀ ਹੈਲਪ ਕਰ ਰਿਹਾ ਹੋਵੇ, ਉਹ ਬੰਦੇ ਨੂੰ ਪ੍ਰੋਸੀਕਿਊਟ ਕਰਨ ਨੂੰ ਜਿਹਨੇ ਕ੍ਰਾਈਮ ਕੀਤਾ, ਤਾਂ ਉਹ ਕਹਿੰਦੇ ਆ ਵੀ ਅਸੀਂ ਵਰਕ ਪਰਮਿਟ ਜਿਹੜੇ ਹੈਗੇ ਆ ਉਹ ਦੇਣੇ ਸ਼ੁਰੂ ਕਰਾਂਗੇ। ਅੱਗੇ ਵਰਕ ਪਰਮਿਟ ਜਿਹੜੇ ਨੇ ਉਹ ਬਹੁਤ ਘੱਟ ਮਿਲਦੇ ਸੀ, ਕਿਉਂਕਿ ਇਹਦੇ ਵਿੱਚ ਜਿਹੜੇ ਵੀਜ਼ਾ ਨੰਬਰ ਬੜੇ ਘੱਟ ਨੇ। ਸਾਲ ਦੇ ਵਿੱਚ ਸਿਰਫ 10,000 ਬੰਦਿਆਂ ਨੂੰ ਯੂ ਵੀਜ਼ਾ ਜਿਹੜਾ ਹੈਗਾ ਉਹਦੇ ਅੰਡਰ ਬੈਨੀਫਿਟ ਮਿਲਦਾ। ਤੇ ਇਹਨਾਂ ਨੇ ਹੁਣ ਕਿਹਾ ਵੀ ਜਿਹੜੇ ਵਰਕ ਪਰਮਿਟ ਹੈਗੇ ਆ ਉਹ ਮਤਲਬ ਅਸੀਂ ਇਸ਼ੂ ਜਿਹੜੇ ਆ ਉਹ ਹੁਣ ਜ਼ਿਆਦਾ ਕਰਾਂਗੇ। ਤੇ ਬੋਨਾਫਾਈਡ ਉਹ ਕੇਸ ਹੋਏਗਾ ਜਿਹਦੇ ਵਿੱਚ ਕਿ ਜਿਹੜਾ ਪਟੀਸ਼ਨਰ ਹੈ ਯੂ ਵੀਜ਼ਾ ਦਾ, ਜਿਹੜਾ ਅਪਲਾਈ ਕਰਦਾ, ਉਹਨੇ ਫਾਰਮ I-918 ਪ੍ਰੋਪਰਲੀ ਫਾਈਲ ਕੀਤਾ ਹੋਵੇ। ਤੇ ਉਹਦੇ ਨਾਲ ਜਿਹੜਾ 918B ਹੈਗਾ, ਯੂ ਨੌਨ ਇਮੀਗ੍ਰੈਂਟ ਸਰਟੀਫਿਕੇਟ, ਜਿਹੜਾ ਕਿ ਪੁਲਿਸ ਵਾਲੇ ਸਰਟੀਫਿਕੇਟ ਜਾਰੀ ਕਰਦੇ ਆ, ਉਹ ਵੀ ਨਾਲ ਜਿਹੜਾ ਫਾਰਮ ਉਹ ਭਰ ਕੇ ਲਾਇਆ ਹੋਵੇ ਸਰਟੀਫਿਕੇਸ਼ਨ ਦਾ। ਸੋ ਉਹਦੇ ਕਰਕੇ ਉਹ ਫਿਰ ਜਿਹੜਾ ਹੈਗਾ ਉਹ ਬੋਨਾਫਾਈਡ ਸਮਝਿਆ ਜਾਊਗਾ। ਉਹਦੇ ਨਾਲ ਨਾਲ ਉਹਦੀ ਇੱਕ ਪਰਸਨਲ ਸਟੇਟਮੈਂਟ ਚਾਹੀਦੀ ਆ ਕਿ ਉਹਦੇ ਨਾਲ ਕੀ ਕ੍ਰਾਈਮ ਹੋਇਆ ਤੇ ਕੀ ਉਹ ਕਿਸ ਤਰ੍ਹਾਂ ਉਹਦਾ ਨੁਕਸਾਨ ਹੋਇਆ, ਤਾਂ ਅੱਗੇ ਤੋਂ ਲਾਅ ਐਨਫੋਰਸਮੈਂਟ ਦੀ ਉਹ ਹੈਲਪ ਕਰੇਗਾ। ਤੇ ਤੀਸਰਾ ਇਹ ਹੈਗਾ ਕਿ ਉਹਦੇ ਜਿਹੜੇ ਫਿੰਗਰਪ੍ਰਿੰਟ ਵਗੈਰਾ ਉਹ ਹੋਏ ਹੋਣ, ਕਿਉਂਕਿ ਇਹ ਫਿਰ ਫਿੰਗਰਪ੍ਰਿੰਟ ਵੀ ਇਹਨਾਂ ਦੇ ਹੁੰਦੇ ਆ ਤੇ ਉਹ ਫਿੰਗਰਪ੍ਰਿੰਟ ਕਰਕੇ ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਵਰਕ ਪਰਮਿਟ ਅਸੀਂ ਦੇਣਾ ਸ਼ੁਰੂ ਕਰਾਂਗੇ। ਤੇ ਜਿਹੜੀਆਂ ਐਪਲੀਕੇਸ਼ਨਾਂ 14 ਜੂਨ 2021 ਤੋਂ ਪਹਿਲਾਂ ਫਾਈਲ ਹੋਈਆਂ ਨੇ ਜਾਂ ਬਾਅਦ 'ਚ ਹੋਣਗੀਆਂ, ਹੁਣ ਉਹਨਾਂ ਨੂੰ ਅਸੀਂ ਉਹ ਕਹਿੰਦੇ ਆ ਕਿ ਵਰਕ ਪਰਮਿਟ ਦੇ ਅੰਡਰ ਜਿਹੜਾ ਹੈਗਾ ਉਹ ਕੰਸੀਡਰ ਕਰਾਂਗੇ, ਉਹਨਾਂ ਨੂੰ ਵਰਕ ਪਰਮਿਟ ਜਾ ਦੇਵਾਂਗੇ। ਸੋ ਇਹ ਵੀ ਬਹੁਤ ਇੰਪੋਰਟੈਂਟ ਖਬਰ ਹੈਗੀ ਆ ਯੂ ਵੀਜ਼ੇ ਵਾਲਿਆਂ ਲਈ, ਤਾਂ ਕਿ ਉਹਨਾਂ ਨੂੰ ਜਿਹੜੇ ਵਰਕ ਪਰਮਿਟ ਵਗੈਰਾ ਹੈਗੇ ਉਹ ਹੁਣ ਥੋੜ੍ਹੇ ਜਿਹੇ ਜਲਦੀ ਮਿਲਣਗੇ, ਅੱਗੇ ਕਾਫੀ ਟਾਈਮ ਲੱਗਦਾ ਸੀ। ਤੀਸਰੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਕਿ ਜਿਹੜੀ US ਸੁਪਰੀਮ ਕੋਰਟ ਆ, ਉਹਨੇ ਓਬਾਮਾ ਕੇਅਰ ਦੇ ਖਿਲਾਫ ਇੱਕ ਕੇਸ ਸੀਗਾ ਉਹ ਡਿਸਮਿਸ ਕਰਤਾ। ਸੋ ਇਹ ਮਤਲਬ ਜਰਨਲ ਜਿਹੜੇ ਸਾਰੇ ਅਮਰੀਕਨ ਨੇ, ਜਿਨ੍ਹਾਂ ਵਿੱਚ ਇਮੀਗ੍ਰੈਂਟ ਵੀ ਆ ਜਾਂਦੇ, ਦੂਜਿਆਂ ਵੀ, ਸਾਰਿਆਂ ਵਾਸਤੇ ਹੀ ਬੜੀ ਇੰਪੋਰਟੈਂਟ ਖਬਰ ਆ। ਕਿਉਂਕਿ ਓਬਾਮਾ ਕੇਅਰ ਤੁਹਾਨੂੰ ਪਤਾ ਹੀ ਆ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਇੱਥੇ ਲਾਅ ਬਣਾਇਆ ਸੀਗਾ 2010 ਦੇ ਵਿੱਚ ਕਿ ਜਿਹੜੀ ਹੈਲਥ ਇੰਸ਼ੋਰੈਂਸ ਹੈਗੀ ਆ ਉਹਦੇ ਨਾਲ ਕਾਫੀ ਲੋਕਾਂ ਨੂੰ ਮਿਲੀ, ਜਿਨ੍ਹਾਂ ਨੂੰ ਪਹਿਲਾਂ ਨਹੀਂ ਸੀ ਮਿਲਦੀ, ਉਹ ਮਿਲਣੀ ਸ਼ੁਰੂ ਹੋਈ। ਉਹਦਾ ਨਾਂ ਸੀ ਅਫੋਰਡੇਬਲ ਕੇਅਰ ਐਕਟ, ਤੇ ਇਹ 2010 ਦੇ ਵਿੱਚ ਬਣਿਆ ਸੀ। ਇਹਨੂੰ ਬਾਰ-ਬਾਰ ਚੈਲੰਜ ਕੀਤਾ ਗਿਆ, ਖਾਸ ਕਰਕੇ ਜਿਹੜੇ ਰਿਪਬਲਿਕਨ ਪਾਰਟੀ ਦੇ ਕਈ ਲੀਡਰ ਨੇ ਉਹ ਇਹਨੂੰ ਚੈਲੰਜ ਕਰਦੇ ਸੀਗੇ। ਜਿਹੜੇ ਪਿਛਲੇ ਪ੍ਰੈਜ਼ੀਡੈਂਟ ਟਰੰਪ ਸੀ, ਉਹਨਾਂ ਨੇ ਵੀ ਕਿਹਾ ਸੀ ਵੀ ਮੈਂ ਇਹਨੂੰ ਰਿਪੀਲ ਕਰਨਾ ਇਸ ਲਾਅ ਨੂੰ। ਤੇ ਉਹਦੇ ਸਬੰਧ 'ਚ ਇੱਕ ਕੇਸ ਜਿਹੜਾ ਸੀ ਉਹ US ਸੁਪਰੀਮ ਕੋਰਟ ਕੋਲ ਗਿਆ। ਤੇ ਸੁਪਰੀਮ ਕੋਰਟ ਨੇ ਟੈਕਸਸ ਤੇ ਹੋਰ ਰਿਪਬਲਿਕਨ ਜਿਹੜੀਆਂ ਸਟੇਟਾਂ ਨੇ ਉਹਨਾਂ ਨੇ ਕੇਸ ਕੀਤਾ ਸੀ ਕਿ ਤੁਸੀਂ ਜਿਹੜਾ ਅਫੋਰਡੇਬਲ ਕੇਅਰ ਐਕਟ ਹੈ, ਜਿਹਨੂੰ ਓਬਾਮਾ ਕੇਅਰ ਕਹਿੰਦੇ ਨੇ, ਇਹਨੂੰ ਸਟ੍ਰਾਈਕ ਡਾਊਨ ਕਰੋ। ਪਰ ਕੋਰਟ ਨੇ 7-2 ਕਿ 7 ਜੱਜ ਜਿਹੜੇ ਸੀ ਉਹ ਇਸ ਡਿਸੀਜਨ ਦੇ ਹੱਕ 'ਚ ਨੇ। ਉਹਨਾਂ ਨੇ ਇਹ ਕਿਹਾ ਕਿ ਨਹੀਂ, ਇਹ ਲਾਅ ਜਿਹੜਾ ਹੈਗਾ ਉਹਨੂੰ ਨਹੀਂ ਤੋੜਿਆ ਜਾ ਸਕਦਾ, ਤੇ ਇਹ ਲਾਅ ਜਿਹੜਾ ਹੈ ਉਹ ਜਿਹੜਾ ਜਿਹਨੇ ਵੀ ਇਹ ਕੇਸ ਕੀਤਾ, ਇਹ ਕੇਸ ਗਲਤ ਆ। ਤੇ ਉਹਨਾਂ ਨੇ ਮਤਲਬ ਇਹ ਲਾਅ ਨੂੰ ਟਰਨ ਡਾਊਨ ਕਰਨ ਤੋਂ, ਜਾਂ ਕਹਿ ਲਓ ਵੀ ਅਨਕੌਂਸਟੀਟਿਊਸ਼ਨਲ ਕਰਨ ਤੋਂ ਨਾ ਕਰ ਦਿੱਤੀ, ਤੇ ਓਬਾਮਾ ਕੇਅਰ ਦੇ ਹੱਕ ਦੇ ਵਿੱਚ ਇਹ ਜਿਹੜਾ ਹੈਗਾ ਡਿਸੀਜਨ ਦਿੱਤਾ। ਤੇ ਇਹ ਬਹੁਤ ਇੰਪੋਰਟੈਂਟ ਡਿਸੀਜਨ ਆ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਹਦੀ ਬੜੀ ਸ਼ਲਾਘਾ ਕੀਤੀ ਆ, ਤੇ ਉਹਨਾਂ ਨੇ ਕਿਹਾ ਕਿ ਟੁਡੇਜ਼ ਡਿਸੀਜਨ ਫਰਮਸ ਦੈਟ ਅਫੋਰਡੇਬਲ ਕੇਅਰ ਐਕਟ ਇਜ਼ ਸਟਰੋਂਗਰ ਦੈਨ ਐਵਰ
delivers for American people and gets us closer to fulfilling our moral obligation to ensure that here in America healthcare is a right and not a privilege. So ਇਹ ਵੀ ਇੱਕ ਬੜੀ ਵੱਡੀ ਆਪਾਂ ਜਿੱਤ ਕਹਿ ਸਕਦੇ ਹਾਂ ਓਬਾਮਾ ਕੇਅਰ ਦੀ ਤੇ ਅਫੋਰਡੇਬਲ ਕੇਅਰ ਐਕਟ ਦੀ ਹੈਲਥ ਕੇਅਰ ਦੀ। ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਇੰਪੋਰਟੈਂਟ ਇਮੀਗ੍ਰੇਸ਼ਨ ਦਾ ਜਿਹੜਾ ਡਿਸੀਜਨ ਆ ਉਹ ਤੁਹਾਨੂੰ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਜਿਹੜੀ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਆ ਉਹ ਵਾਪਸ ਆ ਗਈ ਆ ਤੇ ਉਹਦੇ ਤਹਿਤ ਜਿਹੜੀ ਹੈਗੀ ਆ ਉਹ ਹੁਣ ਕਾਰਵਾਈ ਕਰਨੀ ਕੋਰਟਾਂ ਨੇ ਤੇ ਆਪਣੇ ਸਰਕਾਰੀ ਵਕੀਲਾਂ ਨੇ ਸ਼ੁਰੂ ਕਰ ਦਿੱਤੀ ਆ। ਉਹਦਾ ਮਤਲਬ ਆ ਕਿ ਉਹ ਹੁਣ ਇਸ ਗੱਲ ਦਾ ਧਿਆਨ ਰੱਖਣਗੇ ਕਿ ਕਿਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾਉਣਾ ਕਿਹਨੂੰ ਨਹੀਂ ਪਾਉਣਾ। ਤੇ ਜਿਹੜੇ ਅਪੀਲਾਂ ਚੱਲਦੀਆਂ ਨੇ ਸਰਕਟ ਕੋਰਟ ਦੀਆਂ ਉਹਨਾਂ ਦੇ ਵਿੱਚ ਵੀ ਜਿਹੜੇ ਕੇਸਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਡਿਪੋਰਟ ਨਹੀਂ ਕਰਨਾ ਚਾਹੀਦਾ ਉਹ ਰਿਮਾਂਡ ਬੈਕ ਕਰਨ ਵਾਸਤੇ ਉਹ ਕੇਸ ਨੂੰ ਵਾਪਸ ਭੇਜਣ ਵਾਸਤੇ ਜਿਹੜੇ ਸਰਕਾਰੀ ਵਕੀਲ ਮੰਨ ਰਹੇ ਨੇ। 2 ਸਾਡੀਆਂ ਇਸ ਹਫ਼ਤੇ ਅਪੀਲਾਂ ਲੱਗੀਆਂ ਸੀ ਸਰਕਟ ਕੋਰਟ 'ਚ, ਇੱਕ ਸੈਕੰਡ ਸਰਕਟ 'ਚ, ਇੱਕ 9 ਸਰਕਟ ਕੋਰਟ 'ਚ। ਤੇ ਉਹਨਾਂ ਦੋਨਾਂ ਕੇਸਾਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਸੀ ਉਹ ਇਸ ਗੱਲ 'ਤੇ ਅਗਰੀ ਕਰ ਗਏ ਵੀ ਇਹ ਕੇਸ ਨੂੰ ਰਿਮਾਂਡ ਬੈਕ ਕਰ ਦਿੰਦੇ ਆ ਕਿ ਇਮੀਗ੍ਰੇਸ਼ਨ ਜੱਜ ਕੋਲ ਵਾਪਸ ਭੇਜ ਦਿੰਦੇ ਆ ਕਿਉਂਕਿ ਸਾਨੂੰ ਨਹੀਂ ਲੱਗਦਾ ਵੀ ਇਹ ਬੰਦੇ ਨੂੰ ਡੈਪੋਟੇਸ਼ਨ ਲੱਗਣੀ ਚਾਹੀਦੀ ਆ। ਸੋ ਇਹ ਵੀ ਇੱਕ ਬਹੁਤ ਵਧੀਆ ਸਟੈਪ ਆ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਦੀਆਂ ਅਪੀਲਾਂ ਦੇ ਵਿੱਚ ਕੇਸ ਚੱਲਦੇ ਨੇ ਜਾਂ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ। ਸੋ ਇਹ ਤਾਂ ਸੀਗੀਆਂ ਇੰਪੋਰਟੈਂਟ ਖਬਰਾਂ ਜਿਹੜੀਆਂ ਇਸ ਵੀਕ ਦੀਆਂ। ਤੇ ਇਹਦੇ ਨਾਲ ਨਾਲ ਹੁਣ ਆਪਣਾ ਜਿਹੜੇ ਤੁਹਾਡੇ ਕੋਈ ਸਵਾਲਾਂ ਦੇ ਜਵਾਬ ਨੇ ਉਹ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਪਹਿਲਾ ਜਿਹੜਾ ਸਵਾਲ ਹੈ ਜੀ ਉਹ ਇਹ ਹੈਗਾ ਕਿ ਉਹਨਾਂ ਨੇ ਇਹ ਕਿਹਾ ਕਿ 2009 ਦੇ ਵਿੱਚ F3 ਕੇਸ ਕੀਤਾ ਸੀ, ਕਿੰਨਾ ਟਾਈਮ ਹੋਰ ਲੱਗੂਗਾ। ਜਿਹੜਾ ਜੂਨ ਦਾ ਵੀਜ਼ਾ ਬੁਲਟਨ ਹੈ ਇਹ ਮੈਂ ਲਾਸਟ ਟਾਈਮ ਵੀ ਪੜ੍ਹ ਕੇ ਦੱਸਿਆ ਸੀ। ਇਹਦੇ ਵਿੱਚ ਜਿਹੜੀ F3 ਕੈਟੇਗਰੀ ਆ ਬੇਸਿਕਲੀ F3 ਕੈਟੇਗਰੀ ਹੁੰਦੀ ਜਿਹੜੇ ਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਨੇ US ਸਿਟੀਜ਼ਨ ਵੀ ਸਿਟੀਜ਼ਨ ਆਪਣੇ ਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਆ। ਇਹਦੇ ਵਿੱਚ ਹੁਣ ਚੱਲ ਰਿਹਾ ਜੀ 1 ਸਤੰਬਰ 2008। ਸੋ 2009 ਅਪ੍ਰੈਲ ਦਾ ਹੈਗਾ, ਇਹਨੂੰ 7-8 ਮਹੀਨੇ ਹੋਰ ਲੱਗ ਸਕਦੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ। ਇਹਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਵੀ ਜਿਹੜੀ ਅਮਰੀਕਨ ਅੰਬੈਸੀ ਹੈਗੀ ਮੁੰਬਈ ਦੇ ਵਿੱਚ ਉਹਨੇ ਆਪਣਾ ਕੰਮਕਾਰ ਜਿਹੜਾ ਇੰਟਰਵਿਊਜ਼ ਵਗੈਰਾ ਦਾ ਸੀਗਾ ਉਹ ਸ਼ੁਰੂ ਕਰ ਦਿੱਤਾ। ਤੇ 7 ਜੂਨ ਤੋਂ 7 ਜੂਨ ਤੋਂ ਇੰਟਰਵਿਊਜ਼ ਵਾਸਤੇ ਅੰਬੈਸੀ ਫਿਰ ਖੁੱਲ੍ਹ ਗਈ ਆ। ਤੇ ਪਹਿਲਾਂ ਉਹ 2 ਮਹੀਨੇ ਬੰਦ ਰਹੀ ਸੀਗੀ ਅਪ੍ਰੈਲ ਤੇ ਮਈ ਦੇ ਵਿੱਚ ਤੇ ਉਹਦੇ ਨਾਲ ਵੀ ਹੁਣ ਡੇਟਾ ਮੂਵ ਹੋਣਗੀਆਂ ਪਰ ਅਜੇ ਸਲੋ ਹੋਣਗੀਆਂ, ਇੰਨੇ ਜ਼ਿਆਦਾ ਨਹੀਂ ਪਰ ਜਿਹੜੀ ਮੂਵਮੈਂਟ ਸ਼ੁਰੂ ਹੋ ਜਾਏਗੀ। ਇਹ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿੰਦੇ ਨੇ ਕਿ ਇਹਦਾ ਕੀ ਮਤਲਬ ਹੁੰਦਾ ਜਦੋਂ ਇਹ ਗੱਲ ਮਤਲਬ ਕਿਸੇ ਦੇ ਕੇਸ ਦੇ ਵਿੱਚ ਲਿਖੀ ਆਉਂਦੀ ਕਿ ਕੇਸ ਇਜ਼ ਬੀਨ ਐਕਟਿਵਲੀ ਰਿਵਿਊਡ ਬਾਏ ਦਾ USCIS। ਦੇਖੋ ਉਹਦਾ ਮਤਲਬ ਇਹ ਹੁੰਦਾ ਵੀ ਜਿਹੜੀ ਇਮੀਗ੍ਰੇਸ਼ਨ ਆ ਉਹ ਕੇਸ ਨੂੰ ਜਾਂਚ ਰਹੀ ਹੈ ਤੇ ਕਾਰਵਾਈ ਕਰ ਰਹੀ ਆ। ਤੇ ਰਿਵਿਊ ਜਿਹੜੀ ਆ ਉਹਦੇ 'ਚ 2 ਕਿਸਮ ਦੀ ਹੁੰਦੀ ਹੈ। ਇੱਕ ਤਾਂ ਇਨੀਸ਼ੀਅਲ ਰਿਵਿਊ ਹੁੰਦੀ ਆ ਕਿ ਉਹ ਸਾਰੇ ਤੁਹਾਡੇ ਜਿਹੜੇ ਐਲੀਜੀਬਿਲਟੀ ਦੇਖਦੇ ਨੇ, ਕਾਗਜ਼ ਪੱਤਰ ਦੇਖਦੇ ਨੇ ਕਿ ਤੁਸੀਂ ਐਲੀਜੀਬਲ ਹੈਗੇ ਹੋ ਉਸ ਇਮੀਗ੍ਰੇਸ਼ਨ ਬੈਨੀਫਿਟ ਲਈ। ਤੇ ਜਿਹੜੀ ਦੂਸਰਾ ਰਿਵਿਊ ਇਹ ਹੁੰਦਾ ਕਿ ਜਦੋਂ ਤੁਸੀਂ ਪੇਪਰ ਜਮ੍ਹਾਂ ਕਰਾ ਦਿੰਦੇ ਹੋ ਜਿਨ੍ਹਾਂ ਨੇ ਕੋਈ ਹੋਰ ਐਵੀਡੈਂਸ ਮੰਗੀ ਆ ਉਹਨੂੰ ਰਿਵਿਊ ਕਰਦੇ ਨੇ ਕਿ ਕੀ ਇਹ ਜਿਹੜੀ ਚੀਜ਼ਾਂ ਉਹਨਾਂ ਨੇ ਮੰਗੀਆਂ ਤੁਸੀਂ ਭੇਜੀਆਂ ਵੀ ਇਹ ਸਫੀਸ਼ੀਐਂਟ ਨੇ ਜਾਂ ਉਹਨਾਂ ਨੂੰ ਕੋਈ ਹੋਰ ਚੀਜ਼ ਚਾਹੀਦੀ ਆ। ਹੋਰ ਸਵਾਲ ਹੈ ਜੀ ਉਹ ਇਹ ਕਹਿ ਰਿਹਾ ਕਿ ਸਰ ਮੇਰਾ F2A ਦਾ ਕੇਸ ਆ ਤੇ ਪੇਪਰ ਜਿਹੜੇ ਨੇ ਉਹ ਸਬਮਿਟ ਕਰਾਉਣ ਤੋਂ ਬਾਅਦ ਕਿੰਨਾ ਟਾਈਮ ਲੱਗੂਗਾ। F2A ਬੇਸਿਕਲੀ ਗ੍ਰੀਨ ਕਾਰਡ ਹੋਲਡਰ ਦੀ ਕੈਟੇਗਰੀ ਆ ਜੀ ਕਿ ਗ੍ਰੀਨ ਕਾਰਡ ਹੋਲਡਰ ਜਦੋਂ ਆਪਣੇ ਹਸਬੈਂਡ ਵਾਈਫ ਦਾ ਅਪਲਾਈ ਕਰਦਾ ਟਾਈਮ ਤਾਂ ਇਹਨੂੰ ਅੱਜ ਕੱਲ੍ਹ ਕਰੰਟ ਹੈਗਾ, ਇਹਦੀ ਕੋਈ ਪ੍ਰਾਇਓਰਟੀ ਨਹੀਂ ਹੈਗੀ ਜਿਵੇਂ ਅੱਗੇ ਪਹਿਲਾਂ ਹੁੰਦੀ ਸੀ। ਤੇ ਪਰ ਇਹ ਤੇ ਬੈਨ ਵੀ ਲੱਗਿਆ ਰਿਹਾ ਪਿੱਛੇ ਇਸ ਕੈਟੇਗਰੀ ਤੇ ਉਹ ਖੁੱਲ੍ਹ ਗਿਆ ਸੀ ਫਰਵਰੀ 'ਚ। ਤੇ ਜੇ ਪੇਪਰ ਜਮ੍ਹਾਂ ਕਰਾਏ ਇਹਨੂੰ 3 ਤੋਂ 6 ਮਹੀਨੇ ਲੱਗਣੇ ਚਾਹੀਦੇ, ਹੋ ਸਕਦਾ ਪਹਿਲਾਂ ਵੀ ਹੋ ਜਾਵੇ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਸਾਡਾ ਕੇਸ 2017 'ਚ ਅਪਲਾਈ ਕੀਤਾ ਸੀ ਤੇ ਵੈਲਕਮ ਲੈਟਰ ਸਾਡਾ 31 ਅਗਸਤ 2018 ਵਿੱਚ ਆ ਗਿਆ ਤੇ ਇੰਟਰਵਿਊ ਕਦੋਂ ਤੱਕ ਆਊਗੀ। F2A ਕੈਟੇਗਰੀ ਆ, ਇਹ ਵੀ ਸੇਮ ਕੈਟੇਗਰੀ ਦੀ ਗੱਲ ਕਰ ਰਹੇ ਆ ਜਿਹੜਾ ਕਿ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਆ। ਤੇ ਜੇ 17 'ਚ ਅਪਲਾਈ ਕੀਤਾ 18 ਦੇ ਵਿੱਚ ਵੈਲਕਮ ਲੈਟਰ ਆ ਗਿਆ, ਉਸ ਤੋਂ ਬਾਅਦ ਇਹ 20 ਦੇ ਵਿੱਚ ਬੈਨ ਲੱਗ ਗਿਆ ਸੀ ਅਤੇ ਬੈਨ ਖੁੱਲ੍ਹ ਗਿਆ। ਹੁਣ ਮੇਰਾ ਖਿਆਲ ਹੈ ਇਸ ਸਾਲ ਦੇ ਵਿੱਚ ਇਹਨਾਂ ਦੀ ਵਾਰੀ ਤੁਹਾਡੀ ਆਉਣੀ ਚਾਹੀਦੀ ਹੈ ਪਰ ਤੁਹਾਨੂੰ ਪਤਾ ਕਰਨਾ ਚਾਹੀਦਾ ਉੱਥੋਂ। ਅਗਲਾ ਸਵਾਲ ਹੈ ਜੀ ਕਿ 25 ਅਪ੍ਰੈਲ 2005 ਨੂੰ ਅਸੀਂ F4 ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂ। ਦੇਖੋ ਜੀ 2005 ਤਾਂ ਹੁਣ ਮਈ ਚੱਲ ਰਿਹਾ ਤੇ ਜੇ ਤੁਹਾਡਾ ਅਪ੍ਰੈਲ ਦੇ ਵਿੱਚ ਸੀਗਾ ਤੁਹਾਡੀ ਤਾਂ ਇੰਟਰਵਿਊ ਆਉਣੀ ਚਾਹੀਦੀ ਆ। ਜੇ ਨਹੀਂ ਆਈ ਤਾਂ ਤੁਸੀਂ ਇਹ ਜਿਹੜਾ ਕੰਟੈਕਟ ਕਰੋ ਅੰਬੈਸੀ ਨਾਲ ਕਰੋ ਜਾਂ NVC ਨਾਲ। ਜੇ ਤੁਹਾਡਾ ਕੋਈ ਵਕੀਲ ਆ ਤਾਂ ਉਹ ਕੰਟੈਕਟ ਕਰੇ, ਨਹੀਂ ਸਾਡੇ ਨਾਲ ਕੰਟੈਕਟ ਕਰੋ। ਮੈਨੂੰ jpsinghattorney@gmail ਤੇ ਭੇਜੋ ਆਪਣੇ ਸਾਰੇ ਪੇਪਰ ਕਿਉਂਕਿ ਹੁਣ ਤਾਂ ਮਈ ਚੱਲ ਰਿਹਾ 2005 ਤੇ ਅਪ੍ਰੈਲ ਦੀ ਇੰਟਰਵਿਊ ਹੋਣੀ ਚਾਹੀਦੀ ਆ। ਕੁਛ ਇਹ ਹੋ ਸਕਦਾ ਕਿ ਜਿਹੜਾ ਆਹ 2 ਮਹੀਨੇ
ਅਪ੍ਰੈਲ ਤੇ ਮਈ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਨਹੀਂ ਹੋਈਆਂ ਉਹਦੇ ਕਰਕੇ ਡਿਲੇ ਹੋਵੇ, ਪਰ ਫਿਰ ਵੀ ਇਨਕੁਆਇਰੀ ਕਰਨੀ ਚਾਹੀਦੀ ਆ। ਬੈਕਲੌਗ ਜ਼ਰੂਰ ਹੈਗਾ, ਕਿਉਂਕਿ ਜਿਹੜੀ ਉਹਨਾਂ ਦੀ ਪਹਿਲੀ ਪ੍ਰਾਇਓਰਟੀ ਆ ਐਮਬੈਸੀ ਦੀ, ਉਹ ਇੰਟਰਵਿਊ ਕਰਨ ਦੀ ਹੈਗੀ US ਸਿਟੀਜ਼ਨ ਦੇ ਜਿਹੜੇ ਹੁੰਦੇ ਨੇ ਹਸਬੈਂਡ ਵਾਈਫ ਦੇ ਕੇਸਾਂ ਦੇ ਵਿੱਚ। ਇਹਨਾਂ ਕੇਸਾਂ ਦੇ ਵਿੱਚ ਉਹ ਥੋੜ੍ਹਾ ਟਾਈਮ ਨਾ ਕਰਦੇ ਆ। ਅਗਲਾ ਸਵਾਲ ਵੀ ਇਹੀ ਆ ਕਿ ਵਾਈ ਇਜ਼ F4 ਵੀਜ਼ਾ ਸੋ ਸਲੋ। ਜਿਹੜੀ ਇਹ ਕੈਟੇਗਰੀ ਆ F4 ਵਾਲੀ, ਇਹ ਸਲੋ ਇਸ ਕਰਕੇ ਆ ਕਿ ਜਿਹੜੀ ਫਸਟ ਪ੍ਰੈਫਰੈਂਸ ਕੈਟੇਗਰੀ ਆ ਹਸਬੈਂਡ ਵਾਈਫ ਦਾ ਜਿਹੜਾ ਹੁੰਦਾ US ਸਿਟੀਜ਼ਨ, ਤੇ ਜਾਂ ਜਿਹੜੇ ਹਸਬੈਂਡ ਵਾਈਫ ਦੇ ਮਤਲਬ ਜਿਹੜੇ US ਸਿਟੀਜ਼ਨ ਦੇ ਪੇਰੈਂਟਸ ਹੁੰਦੇ ਨੇ, ਜਾਂ 21 ਸਾਲ ਤੋਂ ਘੱਟ ਬੱਚੇ ਹੁੰਦੇ ਨੇ ਹਸਬੈਂਡ ਵਾਈਫ ਦੇ ਨਾਲ, ਉਹਨਾਂ ਦੀਆਂ ਜਿਹੜੀਆਂ ਕੈਟੇਗਰੀਆਂ ਜ਼ਿਆਦਾ ਤੇਜ਼ ਆ। ਇਹਨੂੰ ਟਾਈਮ ਲੱਗ ਰਿਹਾ। ਉਹਦੇ ਕਈ ਕਾਰਨ ਨੇ। ਇੱਕ ਤਾਂ ਜਿਹੜੀ ਸੀਗੀ ਪਿਛਲੀ ਐਡਮਿਨਿਸਟ੍ਰੇਸ਼ਨ ਉਹਨੇ ਬੈਨ ਲਾਇਆ ਸੀ, ਅਤੇ ਇੱਕ ਕੁਛ ਹਾਲਾਤ ਇੱਦਾਂ ਦੇ ਹੋ ਗਏ ਵੀ ਕੰਮ ਸਲੋ ਹੋ ਗਿਆ ਉਹਦੇ ਕਰਕੇ। ਲੇਕਿਨ ਹੁਣ ਇਹ ਫਾਸਟ ਹੋਊਗਾ, ਪਰ ਕਿੰਨਾ ਕੁ ਫਾਸਟ ਹੋਊਗਾ ਟਾਈਮ ਹੀ ਦੱਸੂਗਾ। ਉਦੋਂ ਬਾਅਦ ਜੀ ਅਗਲਾ ਸਵਾਲ ਆ ਕਿ ਉਹ ਕਹਿੰਦੇ ਨੇ ਕਿ ਸਾਡੇ ਪੇਪਰ 2009 ਦੇ ਵਿੱਚ ਅਪਲਾਈ ਕੀਤੇ ਨੇ, ਕਿੰਨਾ ਟਾਈਮ ਲੱਗੂਗਾ। ਪਰ ਜੇ ਤਾਂ ਤੁਸੀਂ 2009 ਦੇ ਵਿੱਚ ਮੈਰਿਜ ਦਾ ਕੇਸ ਕੀਤਾ, ਮਤਲਬ ਅਪਲਾਈ ਜਿਸ ਤਰ੍ਹਾਂ ਮਤਲਬ ਕਿਸੇ ਨੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੇ ਵਿਆਹ ਕਰਾਇਆ, ਉਹ ਤਾਂ ਵਾਰੀ ਜਿਹੜੀ ਆ ਉਹ ਤੁਹਾਡੀ ਹੁਣ ਤੱਕ ਆ ਜਾਣੀ ਚਾਹੀਦੀ ਸੀਗੀ, ਕਿਉਂਕਿ ਤੁਸੀਂ ਸਪੈਸੀਫਾਈ ਨਹੀਂ ਕੀਤਾ ਵੀ ਕਾਹਦਾ ਕੇਸ ਹੈ। ਪਰ ਮੈਂ ਅਸਿਊਮ ਕਰ ਰਿਹਾ ਵੀ ਤੁਸੀਂ ਜਾਂ ਤਾਂ F4 ਕੈਟੇਗਰੀ ਬਾਰੇ ਪੁੱਛ ਰਹੇ ਹੋ। ਜੇ F4 ਕੈਟੇਗਰੀ ਬਾਰੇ ਪੁੱਛ ਰਹੇ ਹੋ ਤਾਂ ਉੱਥੇ ਅਜੇ 2005 ਚੱਲ ਰਿਹਾ। ਜੇ ਤੁਸੀਂ F3 ਕੈਟੇਗਰੀ ਬਾਰੇ ਪੁੱਛ ਰਹੇ ਹੋ ਤਾਂ ਉੱਥੇ ਸਤੰਬਰ 2008 ਚੱਲ ਰਿਹਾ, ਤਾਂ ਉਹਨੂੰ ਵੀ ਅਜੇ ਸਾਲ ਲੱਗੂਗਾ। ਉਸ ਤੋਂ ਬਾਅਦ ਜੀ ਅਗਲਾ ਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਇੱਕ ਕੇਸ ਜਿਹੜਾ ਹੈਗਾ ਉਹ ਪਾਸ ਹੋਣ ਤੋਂ ਬਾਅਦ ਆਪਾਂ 3 ਸਾਲ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਹਾਂ ਕਿ ਨਹੀਂ। ਦੇਖੋ ਇਸ ਤਰ੍ਹਾਂ ਹੈਗਾ ਕਿ ਜਦੋਂ ਵੀ ਤੁਸੀਂ ਜਿਹੜਾ ਕੇਸ ਆ ਉਹ ਕੋਈ ਵੀ ਅਪਲਾਈ ਕਰਦੇ ਹੋ, ਤੁਹਾਨੂੰ ਜਦੋਂ ਗ੍ਰੀਨ ਕਾਰਡ ਮਿਲਦਾ ਕਿਸੇ ਕੇਸ ਤੇ ਉਸ ਤੋਂ ਬਾਅਦ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹ ਤੁਹਾਨੂੰ ਜਿਹੜੀ ਅਪਲਾਈ ਹੁੰਦੀ ਆ ਉਹ 5 ਸਾਲਾਂ ਬਾਅਦ ਹੁੰਦੀ ਆ, ਅੰਟਿਲ ਕਿ ਅਨਲੈਸ ਤੁਹਾਡਾ ਵਿਆਹ US ਸਿਟੀਜ਼ਨ ਨਾਲ ਨਹੀਂ ਹੋਇਆ। ਜੇ ਤੁਹਾਡਾ ਵਿਆਹ US ਸਿਟੀਜ਼ਨ ਦੇ ਨਾਲ ਹੋਇਆ ਫਿਰ ਤੁਸੀਂ 3 ਸਾਲਾਂ ਬਾਅਦ ਗ੍ਰੀਨ ਕਾਰਡ ਲੈ ਸਕਦੇ ਹੋ। ਲੇਕਿਨ ਉਸ ਤੋਂ ਬਾਅਦ ਇਲਾਵਾ ਜਿਹੜੀਆਂ ਹੋਰ ਕੈਟੇਗਰੀਆਂ ਨੇ, ਜਿਸ ਤਰ੍ਹਾਂ ਫੈਕਰੋ ਸੈਲਮ ਦਾ ਕਿਸੇ ਨੂੰ ਗ੍ਰੀਨ ਕਾਰਡ ਮਿਲਿਆ, ਜਾਂ ਕਿਸੇ ਨੂੰ ਜਿਹੜਾ ਭਰਾ ਭੈਣ ਦੀ F4 ਕੈਟੇਗਰੀ 'ਚ ਮਿਲਿਆ ਜਾਂ F3 ਕੈਟੇਗਰੀ 'ਚ ਮਿਲਿਆ, ਉਹ ਜਿਹੇ ਜਿਹੜੇ ਬੰਦੇ ਨੇ ਉਹ 5 ਸਾਲਾਂ ਬਾਅਦ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਅਪਲਾਈ ਕਰ ਸਕਦੇ ਨੇ। ਅਗਲਾ ਸਵਾਲ ਹੈ ਜੀ, ਉਹ ਇਹ ਕਰ ਰਹੇ ਨੇ ਕਿ ਸਰ ਮੇਰਾ ਕੇਸ F2B ਦੇ ਵਿੱਚ ਅਪ੍ਰੈਲ 2013 ਦਾ ਹੈ ਅਤੇ ਕਿੰਨਾ ਟਾਈਮ ਲੱਗੂਗਾ। F2B ਕੈਟੇਗਰੀ ਦੇਖੋ ਜੀ ਜਿਹੜੀ ਆ ਇਹ ਹੈਗੀ ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਅਨਮੈਰਿਡ ਬੱਚੇ ਨੇ ਓਵਰ 21, ਅਤੇ ਉੱਥੇ ਤਾਂ 2015 ਚੱਲ ਰਿਹਾ, ਤੁਹਾਡਾ ਇਹ 13 ਦਾ ਕੇਸ ਆ, ਤੁਹਾਨੂੰ ਤਾਂ ਇੰਟਰਵਿਊ ਆਉਣੀ ਚਾਹੀਦੀ ਸੀਗੀ। ਜੇ ਨਹੀਂ ਆਈ ਤਾਂ ਤੁਹਾਨੂੰ ਪਤਾ ਕਰਨਾ ਚਾਹੀਦਾ, ਜੇ ਕੋਈ ਵਕੀਲ ਆ ਉਹਨੂੰ ਕੋਈ ਪਤਾ ਕਰੇ ਜਾਂ ਆਪ ਪਤਾ ਕਰੋ, ਕਿਉਂਕਿ ਉੱਥੇ 2015 ਚੱਲ ਰਿਹਾ ਹੁਣ, ਅਤੇ ਇਹਦੀ ਇੰਟਰਵਿਊ ਆਉਣੀ ਚਾਹੀਦੀ ਸੀ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ ਸਰ F4 2006 ਅਗਸਤ ਵਿੱਚ ਅਪਲਾਈ ਕੀਤਾ ਸੀ, 9 ਵਿੱਚ ਅਪਰੂਵਲ ਹੋਇਆ, ਅਤੇ ਏਜ ਜਿਹੜੀ ਬੱਚੇ ਦੀ 22 ਸਾਲ ਦੀ ਹੈਗੀ ਆ, ਉਹਦਾ ਕੀ ਬਣੂਗਾ। ਦੇਖੋ ਜੇ 2006 'ਚ ਅਗਸਤ 'ਚ ਕੀਤਾ, ਹੁਣ ਮਈ 2005 ਚੱਲ ਰਿਹਾ, ਅਜੇ ਸਾਲ ਲੱਗੂਗਾ ਤਕਰੀਬਨ ਵਾਰੀ ਆਉਣ ਨੂੰ। ਅਤੇ ਜੇ 9 'ਚ ਅਪਰੂਵਲ ਆਈ ਆ ਅਤੇ ਫਿਰ ਅੰਡਰ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਬੱਚਾ ਕਵਰ ਹੋਣਾ ਜ਼ਰੂਰ ਚਾਹੀਦਾ, ਕਿਉਂਕਿ ਜੇ ਹੁਣ 22 ਦੀ ਉਮਰ ਹੋਊਗੀ, ਅਗਲੇ ਸਾਲ ਜਦ ਤੱਕ ਵਾਰੀ ਆਊਗੀ, ਜੇ 23 ਦੀ ਵੀ ਹੋ ਜਾਵੇ ਤਾਂ ਵੀ ਜੇ ਆਪਾਂ 6 ਤੋਂ 9 ਦਾ ਗਣੀਏ 3 ਸਾਲ ਦਾ ਡਿਫਰੈਂਸ ਆ, ਉਹ 'ਚੋਂ ਨਿਕਲਣਾ ਚਾਹੀਦਾ। ਇਹ 'ਚ ਕਵਰ ਹੋਣ ਦੀ ਉਮੀਦ ਹੈਗੀ ਆ ਅੰਡਰ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ। ਅਤੇ ਇੱਕ ਹੋਰ ਸਵਾਲ ਹੈ ਜੀ, ਉਹ ਕਹਿੰਦੇ ਨੇ ਕਿ F2A ਕੈਟੇਗਰੀ ਬਾਰੇ ਤੁਸੀਂ ਕਲੀਅਰ ਕਰੋ। ਜਿਹੜੀ F2A ਕੈਟੇਗਰੀ ਆ ਵੀਰ ਜੀ, ਇਹ ਹੈਗੀ ਆ ਜਦੋਂ ਗ੍ਰੀਨ ਕਾਰਡ ਹੋਲਡਰ ਜਿਹੜੇ ਨੇ ਉਹ ਆਪਣੇ ਹਸਬੈਂਡ ਵਾਈਫ ਦਾ ਅਤੇ 21 ਸਾਲ ਤੋਂ ਘੱਟ ਅਨਮੈਰਿਡ ਬੱਚੇ ਦਾ ਅਪਲਾਈ ਕਰਦੇ ਆ। ਇਹ ਕੈਟੇਗਰੀ ਜਿਹੜੀ ਕਰੰਟ ਚੱਲ ਰਹੀ ਹੈ ਇਸ ਟਾਈਮ 'ਤੇ। 2020 ਦੇ ਵਿੱਚ ਇਸ ਕੈਟੇਗਰੀ 'ਤੇ ਬੈਨ ਲੱਗਿਆ ਸੀ, ਉਹ ਬੈਨ ਹੁਣ ਖੁੱਲ੍ਹ ਗਿਆ, ਪਰ ਥੋੜ੍ਹੀ ਸਲੋ ਹੈਗੀ ਆ ਇਹ ਕੈਟੇਗਰੀ ਉਹਦੇ ਮੁਕਾਬਲੇ ਜਿਹੜੀ ਕਿ US ਸਿਟੀਜ਼ਨ ਆਪਣੇ ਹਸਬੈਂਡ ਵਾਈਫ ਦਾ ਅਪਲਾਈ ਕਰਦਾ। ਇਹਨੂੰ ਟਾਈਮ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਜ਼ਿਆਦਾ ਲੱਗ ਰਿਹਾ, ਅਤੇ ਇਸ ਕਰਕੇ ਇਹ ਜਿਹੜੀ ਕੈਟੇਗਰੀ ਹੈਗੀ ਆ ਇਹ ਮੂਵ ਹੁਣ ਹੋ ਰਹੀ ਆ, ਪਰ ਥੋੜ੍ਹੀ ਸਲੋ ਆ, ਪਰ ਕਰੰਟ ਆ, ਇਹਦੀ ਕੋਈ ਪ੍ਰਾਇਓਰਟੀ ਨਹੀਂ ਹੈਗੀ, ਅਤੇ ਜਿਹੜੀ ਪ੍ਰੋਸੈਸਿੰਗ ਟਾਈਮ ਉਹੀ ਲੱਗ ਰਿਹਾ। ਸੋ ਜਿਨ੍ਹਾਂ ਨੇ ਅਪਲਾਈ ਕੀਤਾ, ਜਿਨ੍ਹਾਂ ਕੋਲ ਅਪਰੂਵਲ ਆਈ ਹੋਈ ਹੈ, NVC ਵਗੈਰਾ ਤੋਂ ਕਲੀਅਰ ਹੋ ਗਿਆ, ਉਹਨਾਂ ਦੀਆਂ ਇੰਟਰਵਿਊਜ਼ ਆਉਣੀਆਂ ਸ਼ੁਰੂ ਹੋਣਗੀਆਂ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ F4 ਕੈਟੇਗਰੀ ਦੀ ਕੋਈ ਅਪਡੇਟ। ਹਾਂਜੀ, F4 ਕੈਟੇਗਰੀ ਦੀ ਅਪਡੇਟ ਇਹੀ ਆ ਕਿ ਉੱਥੇ ਹੁਣ ਮਈ 2005 ਚੱਲ ਰਿਹਾ, ਅਤੇ ਅੰਬੈਸੀ ਜਿਹੜੀ ਹੈਗੀ ਆ ਉਹ 7 ਜੂਨ ਤੋਂ ਜਿਹੜੀ ਮੁੰਬਈ ਅੰਬੈਸੀ ਆ, ਅਮਰੀਕਨ ਅੰਬੈਸੀ ਮੁੰਬਈ 'ਚੋਂ ਖੁੱਲ੍ਹ ਗਈ ਆ ਇੰਟਰਵਿਊਜ਼ ਵਾਸਤੇ। ਹੁਣ ਦੇਖਦੇ ਹਾਂ ਵੀ ਇੰਟਰਵਿਊਜ਼ ਉਹ ਕਿੰਨੀਆਂ ਕੁ ਤੇਜ਼ ਕਰਦੇ ਆ। ਇਹ ਤੋਂ ਇਲਾਵਾ ਜੀ ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਆ ਕਿ ਸਾਡਾ F4 ਕੈਟੇਗਰੀ ਦਾ ਜਿਹੜਾ ਹੈਗਾ ਉਹ ਕੇਸ ਆ,
ਤੇ ਅਸੀਂ ਸਟੱਡੀ ਕਰ ਰਹੇ ਹਾਂ, ਡਿਪਲੋਮਾ ਕਰ ਰਹੇ ਹਾਂ ਤੇ ਉਹ ਸਟੱਡੀ ਜਿਹੜੀ ਹੈਗੀ ਆ ਸਾਡੀ ਪੂਰੀ ਹੋ ਜਾਣੀ ਆ। ਤੇ ਹੁਣ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਸਟੱਡੀ ਕੋਈ ਜਿਹੜੀ ਹੈਗੀ ਆ ਕੰਟੀਨਿਊ ਕਰਨੀ ਕੰਪਲਸਰੀ ਹੈ ਕਿ ਨਹੀਂ? ਨਹੀਂ, ਇਹਦੇ 'ਚ ਕੋਈ ਮਤਲਬ ਕੰਪਲਸਰੀ ਨਹੀਂ ਹੈਗੀ। ਜਿਹੜੀ F4 ਕੈਟੇਗਰੀ ਆ ਇਹਦੇ 'ਚ ਇਹੋ ਜਿਹੀ ਕੋਈ ਸ਼ਰਤ ਨਹੀਂ ਹੈਗੀ ਕਿ ਤੁਹਾਡੀ ਪੜ੍ਹਾਈ ਹੋਣੀ ਚਾਹੀਦੀ ਹੈ। ਇਹ 'ਚ ਸਿਰਫ ਬੱਚਿਆਂ ਦੀ ਇੱਕੋ ਹੀ ਸ਼ਰਤ ਆ ਵੀ ਅਨਮੈਰਿਡ ਹੋਣੇ ਚਾਹੀਦੇ ਆ ਤੇ 21 ਸਾਲ ਤੋਂ ਘੱਟ ਹੋਣ ਆਉਣ ਤੱਕ। ਜੇ 21 ਤੋਂ ਵੱਧ ਵੀ ਹੋ ਜਾਣ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ ਜੇ ਉਹਦੀ ਕੈਲਕੂਲੇਸ਼ਨ 'ਚ ਆ ਜਾਓ, ਪਰ ਸਟੱਡੀ ਦੀ ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਹੈਗੀ। ਸੇ ਇਹੀ ਆ ਵੀ ਅਨਮੈਰਿਡ ਹੋਣੇ ਚਾਹੀਦੇ ਆ। ਤੇ ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੇਸ ਮਾਰਚ 2006 ਦਾ ਹੈ, ਵੈਲਕਮ ਲੈਟਰ ਕਦੋਂ ਆਊਗਾ? ਦੇਖੋ ਉੱਥੇ ਜਿਹੜੀ ਹੁਣ ਪੇਪਰ ਮੰਗ ਰਹੇ ਨੇ, ਜਿਹੜੀ ਡੇਟ ਚੱਲ ਰਹੀ ਆ ਉਹ ਚੱਲ ਰਹੀ ਹੈਗੀ ਦਸੰਬਰ 2005। ਤੁਹਾਡਾ ਮਾਰਚ 2006 ਦਾ ਹੋ ਸਕਦਾ ਹੋਰ ਮਹੀਨੇ 2 ਮਹੀਨੇ ਤੱਕ ਤੁਹਾਨੂੰ ਡਾਕੂਮੈਂਟਸ ਜਿਹੜੇ ਨੇ ਉਹ ਮੰਗਣ ਵਾਸਤੇ ਲੈਟਰ ਆ ਜਾਵੇ। ਉਦੋਂ ਬਾਅਦ ਜੀ ਅਗਲਾ ਸਵਾਲ ਹੈ ਜੀ ਕਿ ਉਹ ਪੁੱਛ ਰਹੇ ਨੇ ਕਿ ਬੌਂਡ ਜਿਹੜਾ ਹੁਣ ਉਹ ਕਿੰਨੀ ਅਮਾਊਂਟ ਦਾ ਪੈ ਰਿਹਾ ਅੱਜ ਕੱਲ੍ਹ? ਦੇਖੋ ਇਸ ਤਰ੍ਹਾਂ ਹੁੰਦਾ, ਜਿਹੜੇ ਬੰਦੇ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਇਹਨਾਂ ਨੂੰ ਜੇ 18 ਸਾਲ ਤੋਂ ਉੱਪਰ ਹੈਗੇ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਲੰਘਣਾ ਪੈਂਦਾ। ਜੇ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਪਾਸ ਹੋ ਜਾਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਦਾ ਬੌਂਡ ਜਿਹੜਾ ਉਹ ਇਮੀਗ੍ਰੇਸ਼ਨ ਜੱਜ ਜਿਹੜਾ ਹੈਗਾ ਉਹ ਮਤਲਬ ਕਰ ਸਕਦਾ। ਇਹ ਡਿਪੈਂਡ ਜੱਜ ਦੇ ਉੱਤੇ ਮਤਲਬ ਕਰਦਾ ਤੇ ਇਹ ਕਿ ਬੌਂਡ ਕਰਨਾ ਵੀ ਹੈ ਕਿ ਨਹੀਂ ਕਰਨਾ। ਕਈ ਜੱਜ ਨਹੀਂ ਵੀ ਕਰਦੇ, ਅੰਦਰ ਕੇਸ ਲੜਨਾ ਪੈਂਦਾ। ਪਰ ਜਿਹੜਾ ਕ੍ਰੈਡੀਬਲ 'ਚੋਂ ਪਾਸ ਹੋ ਗਿਆ ਉਹਦਾ ਬੌਂਡ ਦੀ ਜਿਹੜੀ ਅਮਾਊਂਟ ਆ ਉਹ ਕੋਈ ਫਿਕਸਡ ਅਮਾਊਂਟ ਨਹੀਂ ਹੈਗੀ ਕਿ 5000 ਦਾ ਹੀ ਹੋਣਾ ਜਾਂ 10 ਦਾ ਹੀ ਹੋਣਾ ਜਾਂ 20 ਦਾ ਹੀ ਹੋਣਾ, 15 ਦਾ ਹੋਣਾ। ਇਹ ਡਿਪੈਂਡ ਜੱਜ ਦੇ ਉੱਤੇ ਕਰਦਾ। ਤੇ ਇਹ ਤੋਂ ਬਾਅਦ ਆਖਰੀ ਸਵਾਲ ਜਿਹੜਾ ਅੱਜ ਦਾ ਹੈਗਾ ਉਹ ਇਹ ਹੈਗਾ ਕਿ ਉਹ ਇਹ ਕਹਿ ਰਹੇ ਆ ਕਿ ਸਾਡੇ ਜਿਹੜੇ ਹੈਗੇ ਆ ਸਾਡੇ ਕੋਲ B2 ਵੀਜ਼ਾ ਹੈਗਾ ਤੇ ਸਾਡੇ ਬੱਚਿਆਂ ਕੋਲ ਗ੍ਰੀਨ ਕਾਰਡ ਆ ਤੇ ਉਹਨਾਂ ਦੀਆਂ ਵਾਈਫ ਸਿਟੀਜ਼ਨਸ ਨੇ ਤੇ ਅਸੀਂ ਇੱਥੇ ਆ ਕੇ ਉਹਨਾਂ ਦੀ ਜਿਹੜੇ ਹੈਗੇ ਬੱਚਿਆਂ ਦੀ ਟੇਕ ਕੇਅਰ ਕਰਨਾ ਚਾਹੁੰਦੇ ਹਾਂ। ਦੇਖੋ ਇਸ ਤਰ੍ਹਾਂ ਆ ਕਿ ਜੇ ਤੁਹਾਡੇ ਜਿਹੜੇ ਆਪਣੇ ਬੱਚੇ ਨੇ ਉਹ ਸਿਟੀਜ਼ਨ ਬਣ ਜਾਂਦੇ ਆ ਤਾਂ ਫਿਰ ਤੁਹਾਡਾ ਅਪਲਾਈ ਕਰ ਸਕਦੇ ਆ, ਤੁਹਾਨੂੰ ਗ੍ਰੀਨ ਕਾਰਡ ਮਿਲ ਸਕਦਾ, ਪਰ ਉਹਨਾਂ ਦੀ ਵਾਈਫ ਤੁਹਾਡਾ ਅਪਲਾਈ ਨਹੀਂ ਕਰ ਸਕਦੀ। ਕੋਈ ਗ੍ਰੀਨ ਕਾਰਡ ਆਪਣੇ ਜਿਹੜਾ ਹੋਲਡਰ ਆਪਣੇ ਮਾਂ-ਬਾਪ ਦਾ ਨਹੀਂ ਕਰ ਸਕਦਾ, ਸਿਟੀਜ਼ਨ ਨਹੀਂ ਕਰ ਸਕਦਾ। ਬਾਕੀ ਤੁਸੀਂ ਇੱਥੇ ਆਉਂਦੇ ਹੋ, ਤੁਹਾਨੂੰ ਜਿੰਨੀ ਐਂਟਰੀ ਮਿਲਦੀ ਹੈ 6 ਮਹੀਨੇ ਤੁਹਾਨੂੰ ਉਹਦੇ ਵਿੱਚ ਹੀ ਮੁੜਨਾ ਪਏਗਾ ਵਾਪਸ। ਤੇ ਤੁਸੀਂ ਉਸ ਐਂਟਰੀ ਨੂੰ ਇਹੋ ਜਿਹਾ ਕੋਈ ਵੀਜ਼ਾ ਨਹੀਂ ਹੈਗਾ ਕਿ ਬੱਚਿਆਂ ਦੀ ਟੇਕ ਕੇਅਰ ਕਰਨ ਵਾਸਤੇ ਤੁਸੀਂ ਇੱਥੇ ਜਾ ਕੇ ਰਹਿ ਸਕੋ। ਸੋ ਇਹ ਸੀਗੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਆਸ ਹੈ ਕਿ ਤੁਹਾਨੂੰ ਇਹਦਾ ਕੋਈ ਫਾਇਦਾ ਹੋਇਆ ਹੋਵੇਗਾ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਬਸਕ੍ਰਾਈਬ ਕਰੋ, ਸਾਨੂੰ ਕਾਲ ਕਰੋ ਤੇ ਈਮੇਲ ਕਰੋ jpsinghattorney@gmail ਤੇ ਬਾਕੀ ਹੋਰ ਵੀ ਜਿਹੜੀਆਂ ਖਬਰਾਂ ਹੋਣਗੀਆਂ ਉਹਨਾਂ ਬਾਰੇ ਆਪਾਂ ਅਗਲੇ ਵੀਕ ਜ਼ਰੂਰ ਮਿਲਾਂਗੇ। ਤੇ ਅਗਲੇ ਵੀਕ ਤੱਕ ਹੁਣ ਤੁਹਾਡੇ ਸਾਰਿਆਂ ਤੋਂ ਆਗਿਆ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.